ਹੈਲੋ एवरीवन, ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਦੇ ਵਿੱਚ। ਤੇ ਅੱਜ ਅਸੀਂ ਕੈਸ਼ ਫਲੋ ਸਟੇਟਮੈਂਟ ਦੀ ਚੌਥੀ ਵੀਡੀਓ ਜਿਹੜੀ ਲੈਣ ਜਾ ਰਹੇ ਹਾਂ। ਇਹਦੇ ਵਿੱਚ ਵੀ ਆਪਾਂ ਇੱਕ ਬੇਸਿਕ ਕੁਐਸਚਨ ਜਿਹੜਾ ਉਹ ਅਸੀਂ ਕਰਾਂਗੇ। ਤੇ ਕੈਸ਼ ਫਲੋ ਸਟੇਟਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਕੈਸ਼ ਫਲੋ ਸਟੇਟਮੈਂਟ ਪਿਛਲੇ 2 ਸਾਲ ਤੋਂ ਥਿਊਰੀ ਵਾਲਾ ਕੁਐਸਚਨ ਜਿਹੜਾ ਆ ਰਿਹਾ, ਤੇ ਐਸ ਹੋਣੀ ਚਾਂਸਸ ਹੈ ਕਿ ਪੈਰਕੀ ਤੁਹਾਨੂੰ ਨੂਮੈਰੀਕਲ ਜ਼ਰੂਰ ਆਏਗਾ ਇਹਦੇ ਵਿੱਚ, ਕਿਉਂਕਿ ਕੈਸ਼ ਫਲੋ ਸਟੇਟਮੈਂਟ ਦਾ 4 ਨੰਬਰ ਦਾ ਕੁਐਸਚਨ ਜਿਹੜਾ ਪੱਕਾ ਹੈ। ਸੋ ਜੇਕਰ ਤੁਹਾਨੂੰ ਕੈਸ਼ ਫਲੋ ਸਟੇਟਮੈਂਟ ਚੰਗੀ ਤਰ੍ਹਾਂ ਆ ਜਾਂਦਾ ਹੈ ਤੇ ਕੈਸ਼ ਫਲੋ ਸਟੇਟਮੈਂਟ ਵਾਸਤੇ ਤੁਹਾਡੇ 4 ਨੰਬਰ ਜਿਹੜੇ ਉਹ ਪੱਕੇ ਹੋ ਜਾਣਗੇ। ਸੋ ਅੱਜ ਜਿਹੜਾ ਕੁਐਸਚਨ ਮੈਂ ਲੈਣ ਜਾ ਰਿਹਾ ਤੁਹਾਡੇ ਵਾਸਤੇ, ਤੁਹਾਨੂੰ ਸਕਰੀਨ ਦੇ ਉੱਪਰ ਲੈਫਟ ਸਾਈਡ ਤੇ ਸ਼ੋ ਹੋ ਰਿਹਾ ਹੋਵੇਗਾ, ਯਾਨੀ ਤੁਹਾਡੇ ਰਾਈਟ ਸਾਈਡ ਤੇ। ਤੇ ਇਸ ਕੁਐਸਚਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਕੁਇਟੀ ਐਂਡ ਲਾਇਬਿਲਿਟੀ, ਯਾਨੀ ਲਾਇਬਿਲਿਟੀ ਸਾਈਡ ਦੇ ਵਿੱਚ ਤੁਹਾਡੇ ਕੋਲ ਜੋ ਆਈਟਮਸ ਨੇ, ਪਹਿਲਾਂ ਤੇ ਉਹਨਾਂ ਨੂੰ ਆਇਡੈਂਟੀਫਾਈ ਕਰੀਏ ਕਿਹੜੀ ਆਈਟਮ ਕਿੱਥੇ ਹੋਣੀ ਹੈ। ਸੋ ਸਭ ਤੋਂ ਪਹਿਲਾਂ ਇਕੁਇਟੀ ਸ਼ੇਅਰ ਕੈਪੀਟਲ, ਜਿਹੜੀ ਕਿ ਫਾਈਨੈਂਸਿੰਗ ਦਾ ਪਾਰਟ ਹੈ। ਅਕਾਊਂਟ ਪੇਏਬਲ ਯਾਨੀ ਬਿਲਸ ਪੇਏਬਲ, ਅਕਾਊਂਟ ਪੇਏਬਲ ਇਹ ਤੁਹਾਡਾ ਕਰੰਟ ਲਾਇਬਿਲਿਟੀ ਆ, ਬਿਲਸ ਪੇਏਬਲ ਵੀ ਕਰੰਟ ਲਾਇਬਿਲਿਟੀ ਆ। ਜਨਰਲ ਰਿਜ਼ਰਵ ਜਿਹੜਾ ਹੈ ਉਹ ਵਰਕਿੰਗ ਨੋਟ ਦਾ ਪਾਰਟ ਹੈ। ਪ੍ਰੋਫਿਟ ਐਂਡ ਲਾਸ ਇਹ ਵੀ ਵਰਕਿੰਗ ਨੋਟ ਦਾ ਪਾਰਟ ਹੈ, ਯਾਨੀ ਆਖਰੀ ਦੀਆਂ 2 ਆਈਟਮਸ ਤੁਹਾਡੀਆਂ ਵਰਕਿੰਗ ਨੋਟ ਦਾ ਪਾਰਟ ਹੈ। ਸੋ ਵਰਕਿੰਗ ਨੋਟ ਨੂੰ ਵੀ ਆਪਾਂ ਨਾਲ ਦੀ ਨਾਲ ਬਣਾ ਲਾਂਗੇ। ਉਸ ਤੋਂ ਬਾਅਦ ਜੇ ਐਸੈਟ ਸਾਈਡ ਤੇ ਆਈਏ, ਐਸਿਡ ਸਾਈਡ ਤੇ ਕੈਸ਼ ਇਨ ਹੈਂਡ, ਕੈਸ਼ ਐਟ ਬੈਂਕ, ਕੈਸ਼ ਇਨ ਹੈਂਡ, ਕੈਸ਼ ਐਟ ਬੈਂਕ ਦੋਨੇ ਦਿੱਤੇ ਹੋਏ ਆ। ਤੇ ਤੁਸੀਂ ਮੇਰੀ ਵੀਡੀਓ ਦੇ ਵਿੱਚ ਸਮਝਿਆ ਕਿ ਕੈਸ਼ ਐਂਡ ਕੈਸ਼ ਇਕੁਇਵਲੈਂਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਨਕਲੂਡਡ ਹੋਣਗੀਆਂ, ਜਿਹਦੇ ਵਿੱਚ ਕੈਸ਼ ਇਨ ਹੈਂਡ ਵੀ ਹੋਊਗਾ, ਕੈਸ਼ ਐਟ ਬੈਂਕ ਵੀ ਹੋਊਗਾ, ਜਿਹਦੇ ਵਿੱਚ ਮਾਰਕੀਟੇਬਲ ਸਿਕਿਉਰਿਟੀਜ਼ ਵੀ ਹੋਣਗੀਆਂ, ਜਿਹਦੇ ਵਿੱਚ ਕਰੰਟ ਇਨਵੈਸਟਮੈਂਟਸ ਵੀ ਹੋਣਗੀਆਂ। ਸੋ ਇਹ ਸਾਰੀਆਂ ਜਿਹੜੀਆਂ ਵਾ ਇਹ ਤੁਹਾਡੀਆਂ ਕੈਸ਼ ਐਂਡ ਕੈਸ਼ ਇਕੁਇਵਲੈਂਟ ਦੇ ਵਿੱਚ ਮੰਨੀਆਂ ਜਾਂਦੀਆਂ ਜਾਂ ਕੈਸ਼ ਦਾ ਪਾਰਟ ਮੰਨੀਆਂ ਜਾਂਦੀਆਂ। ਅਕਾਊਂਟ ਰਿਸੀਵੇਬਲ ਕਰੰਟ ਐਸੈਟਸ ਹੈ, ਸੋ ਕਰੰਟ ਐਸੈਟਸ ਆਪਰੇਟਿੰਗ ਦਾ ਪਾਰਟ ਹੈ। ਲੈਂਡ, ਬਿਲਡਿੰਗ ਤੇ ਮਸ਼ੀਨਰੀ ਤਿੰਨੇ ਹੀ ਫਿਕਸਡ ਐਸੈਟਸ ਨੇ। ਸੋ ਫਿਕਸਡ ਐਸੈਟਸ ਆਪਣਾ ਇਨਵੈਸਟਿੰਗ ਐਕਟੀਵਿਟੀ ਦਾ ਪਾਰਟ ਹੈ। ਸੋ ਹੁਣ ਜਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਸਾਰੀਆਂ ਆਈਟਮਸ ਨੂੰ ਅਲੱਗ-ਅਲੱਗ ਕੀਤਾ ਜਾਂ ਇਹਨਾਂ ਨੂੰ ਕਲਾਸੀਫਾਈ ਕੀਤਾ, ਸੋ ਉਸ ਹਿਸਾਬ ਦੇ ਨਾਲ ਆਪਾਂ ਹੁਣ ਕੈਸ਼ ਫਲੋ ਸਟੇਟਮੈਂਟ ਜਿਹੜਾ ਤਿਆਰ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਕੈਸ਼ ਫਲੋ ਸਟੇਟਮੈਂਟ ਹੈਡਿੰਗ ਪਾ ਲੈਂਦੇ ਹਾਂ ਜੀ ਆਪਾਂ। ਕੈਸ਼ ਫਲੋ ਸਟੇਟਮੈਂਟ ਬਣਾਉਣ ਤੋਂ ਪਹਿਲਾਂ ਉਹਦਾ ਪਰਫਾਰਮਾ ਜਿਹੜਾ ਤਿਆਰ ਕਰ ਲਿਆ ਜਾਵੇ। ਪਾਰਟਿਕੂਲਰਸ, ਮੇਰੇ ਖਿਆਲ ਨਾਲ ਹੁਣ ਤੁਹਾਨੂੰ ਇਹਦਾ ਪਰਫਾਰਮਾ ਜਿਹੜਾ ਵਾ ਯਾਦ ਹੋ ਗਿਆ ਹੋਊਗਾ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਜੀ ਕੈਸ਼ ਫਲੋ ਫਰੋਮ ਆਪਰੇਟਿੰਗ ਐਕਟੀਵਿਟੀ ਤੋਂ। ਆਪਰੇਟਿੰਗ ਐਕਟੀਵਿਟੀ ਇਹਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਹੋਊਗੀ ਨੈਟ ਪ੍ਰੋਫਿਟ ਬਿਫੋਰ ਟੈਕਸ ਤੋਂ। ਨੈਟ ਪ੍ਰੋਫਿਟ ਬਿਫੋਰ ਟੈਕਸ, NPBT, ਨੈਟ ਪ੍ਰੋਫਿਟ ਬਿਫੋਰ ਟੈਕਸ। ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਨੈਟ ਪ੍ਰੋਫਿਟ ਬਿਫੋਰ ਟੈਕਸ ਕਿਵੇਂ ਕੈਲਕੂਲੇਟ ਕੀਤਾ ਜਾਏਗਾ। ਸੋ ਇੱਥੇ ਮੈਨੂੰ ਸਿਰਫ 2 ਆਈਟਮਸ ਨਜ਼ਰ ਆ ਰਹੀਆਂ, ਇੱਕ ਜਨਰਲ ਰਿਜ਼ਰਵ ਤੇ ਇੱਕ P&L ਹੈ। P&L ਦਾ ਦੋਨਾਂ ਦਾ ਡਿਫਰੈਂਸ ਪਹਿਲਾਂ ਦੇਖੀਏ ਕੀ ਹੈਗਾ, ਕਿਉਂਕਿ 2020 2021 ਦੋਨਾਂ ਦਾ ਅਮਾਉਂਟ ਤੁਹਾਨੂੰ ਦਿੱਤਾ ਹੋਇਆ 90,000 ਤੇ 66,000। ਸੋ ਜੇਕਰ ਵੇਖਿਆ ਜਾਵੇ P&L ਜਿਹੜਾ ਵਾ ਉਹ ਮਤਲਬ ਲੈਸ ਹੋਇਆ ਵਾ, ਕਰੰਟ ਈਅਰ ਦੇ ਵਿੱਚ ਘਟਿਆ ਵਾ। ਸੋ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਨੈਟ ਪ੍ਰੋਫਿਟ ਆਫਟਰ ਟੈਕਸ। ਇਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ, ਕਰੰਟ ਈਅਰ ਦੇ ਵਿੱਚੋਂ ਪ੍ਰੀਵੀਅਸ ਈਅਰ ਵਾਲਾ ਪ੍ਰੋਫਿਟ ਜਿਹੜਾ ਵਾ ਮਾਈਨਸ ਕਰ ਦਿਓ। ਸੋ 90,000, 66,000 ਦੇ ਵਿੱਚੋਂ 90,000 ਮਾਈਨਸ ਹੋਇਆ ਤੇ ਤੁਹਾਡਾ ਮਾਈਨਸ ਦੇ ਵਿੱਚ ਆਊਗਾ। ਸੋ ਕਿੰਨਾ ਹੈ ਜੀ ਇਹ 25,000, ਯਾਨੀ ਇਹਨੂੰ ਠੀਕ ਕਰ ਲਿਓ, ਇਹ 66,000 ਦੀ ਬਜਾਏ 65,000 ਹੈ। ਯਾਨੀ 2021 ਦੇ ਵਿੱਚ ਸਟੇਟਮੈਂਟ ਆਫ P&L ਜਿਹੜਾ ਵਾ ਤੁਹਾਡਾ 65,000 ਹੈ। ਉਹ ਗਲਤੀ ਦੇ ਨਾਲ ਪ੍ਰਿੰਟਿੰਗ ਮਿਸਟੇਕ ਦੇ ਕਰਕੇ ਜਿਹੜਾ ਵਾ 66,000 ਲਿਖਾ ਗਿਆ। ਸੋ ਇਹਨੂੰ ਧਿਆਨ ਰੱਖਿਓ। ਕਰੰਟ ਈਅਰ ਦੇ ਵਿੱਚ ਜਿਹੜਾ ਨੈਟ ਪ੍ਰੋਫਿਟ ਆਫਟਰ ਟੈਕਸ ਹੈ ਉਹ 65,000 ਹੈ ਤੇ ਪ੍ਰੀਵੀਅਸ ਈਅਰ ਦੇ ਵਿੱਚ ਇਹ 90,000 ਸੀਗਾ। ਸੋ ਜਦੋਂ ਤੁਸੀਂ ਲੈਸ ਕੀਤਾ ਤੇ ਤੁਹਾਡੇ ਕੋਲ ਜੋ ਵੈਲਿਊ ਨਿਕਲ ਕੇ ਆਈ ਹੈ ਉਹ 25,000 ਹੈ ਮਾਈਨਸ ਦੇ ਵਿੱਚ। ਇਹਦੇ ਵਿੱਚ ਹੁਣ ਤੁਸੀਂ ਐਡ ਕਰੋਗੇ ਜਨਰਲ ਰਿਜ਼ਰਵ 6,000 ਸੀ, 10,000 ਹੋ ਗਿਆ, ਮਤਲਬ 4,000 ਦੇ ਨਾਲ ਇਨਕਰੀਜ਼ ਹੋ ਗਿਆ। ਸੋ ਟ੍ਰਾਂਸਫਰ ਟੂ ਜਨਰਲ ਰਿਜ਼ਰਵ, ਇਹਦੇ ਵਿੱਚ ਐਡ ਕੀਤਾ ਜਾਊਗਾ 4,000। ਸੋ ਤੁਹਾਡੇ ਕੋਲ ਫਿਗਰ ਕੀ ਆਏਗੀ ਜੀ 21,000 ਮਾਈਨਸ ਦੇ ਵਿੱਚ ਆਊਗਾ, ਜਿਹਨੂੰ ਆਪਾਂ ਕਹਾਂਗੇ ਨੈਟ ਪ੍ਰੋਫਿਟ ਬਿਫੋਰ ਟੈਕਸ ਐਂਡ ਐਕਸਟਰਾਆਰਡੀਨਰੀ ਆਈਟਮ। ਇੱਥੋਂ ਹੀ ਤੁਹਾਡੇ ਕੁਐਸਚਨ ਦੀ ਸ਼ੁਰੂਆਤ ਹੋਊਗੀ।
सो हुण ये 21,000 ਜਿਹੜਾ ਅਮਾਉਂਟ ਹੈ ਇਹ 21,000 ਅਮਾਉਂਟ ਹੁਣ ਅਸੀਂ ਪਹਿਲੇ ਕਾਲਮ ਦੇ ਵਿੱਚ ਲੈ ਜਾਵਾਂਗੇ ਨੈਟ ਪ੍ਰੋਫਿਟ ਬਿਫੋਰ ਟੈਕਸ ਦੇ ਸਾਹਮਣੇ 21,000 ਇਸ ਤੋਂ ਤੁਹਾਡੇ ਕੁਐਸਚਨ ਦੀ ਸ਼ੁਰੂਆਤ ਹੋ ਗਈ ਹੁਣ ਇਹਦੇ ਵਿੱਚ ਇਸ ਤੋਂ ਬਾਅਦ ਜਿਵੇਂ ਕਿ ਤੁਸੀਂ ਪਰਫਾਰਮੈਂਸ ਦੇ ਵਿੱਚ ਪੜ੍ਹਿਆ ਸੀਗਾ ਕਿ ਐਡਜਸਟਮੈਂਟਸ ਹੁੰਦੇ ਨੇ ਸੋ ਐਡਜਸਟਮੈਂਟਸ ਇਹਦੇ ਵਿੱਚ ਕੋਈ ਵੀ ਨਹੀਂ ਹੈ ਕਿਉਂਕਿ ਜੇਕਰ ਐਡਜਸਟਮੈਂਟਸ ਕਰਨੀਆਂ ਵੀ ਪੈਂਦੀਆਂ ਨੌਨ ਕੈਸ਼ ਜਾਂ ਨੌਨ ਆਪਰੇਟਿੰਗ ਆਈਟਮਸ ਵਾਸਤੇ ਤੇ ਤੁਹਾਡੇ ਕੋਲ ਡੈਪਰੀਸ਼ੀਏਸ਼ਨ ਹੁੰਦਾ ਜਾਂ ਕੋਈ ਗੁੱਡਵਿਲ ਹੁੰਦਾ ਜਾਂ ਕੋਈ ਇੰਟਰਸਟ ਤੁਹਾਨੂੰ ਰਿਸੀਵ ਹੋਇਆ ਹੁੰਦਾ ਜਾਂ ਇੰਟਰਸਟ ਪੇ ਕੀਤਾ ਹੁੰਦਾ ਸੋ ਇਹ ਕੁਝ ਆਈਟਮ ਸੀਗੀਆਂ ਜਿਹੜੀਆਂ ਤੁਹਾਡੀਆਂ ਨੌਨ ਕੈਸ਼ ਜਾਂ ਨੌਨ ਆਪਰੇਟਿੰਗ ਦੇ ਵਿੱਚ ਆਉਣਾ ਸੀਗਾ ਜਾਂ ਕੋਈ ਫਿਕਸਡ ਅਸੈਟ ਵਿੱਚ ਹੀ ਹੁੰਦੀ ਤਾਂ ਉਹਨੂੰ ਵੇਚ ਕੇ ਕੋਈ ਲਾਸ ਹੋਇਆ ਹੁੰਦਾ ਉਹ ਵੀ ਐਡ ਹੋਣਾ ਸੀਗਾ ਜੇ ਕੋਈ ਪ੍ਰੋਫਿਟ ਹੋਇਆ ਹੁੰਦਾ ਉਹ ਲੈਸ ਹੋਣਾ ਸੀ ਸੋ ਇਹ ਕੁਝ ਆਈਟਮਸ ਨੇ ਜਿਹੜੀਆਂ ਨੌਨ ਆਪਰੇਟਿੰਗ ਆਈਟਮਸ ਦੇ ਵਿੱਚ ਆਉਣੀਆਂ ਸੀ ਲੇਕਿਨ ਹੁਣ ਇੱਥੇ ਕੋਈ ਵੀ ਕੁਐਸਚਨ ਦੇ ਵਿੱਚ ਤੁਹਾਨੂੰ ਨਜ਼ਰ ਨਹੀਂ ਆ ਰਹੀ ਸੋ ਸਿੱਧਾ ਹੀ ਹੁਣ ਕੀ ਕਰਾਂਗੇ ਨੈਟ ਪ੍ਰੋਫਿਟ ਬਿਫੋਰ ਟੈਕਸ ਦੇ ਬਾਅਦ ਯਾਨੀ ਇੱਕ ਤਰੀਕੇ ਦੇ ਨਾਲ ਇਹ ਅਮਾਉਂਟ ਤੁਹਾਡਾ ਆਪਰੇਟਿੰਗ ਪ੍ਰੋਫਿਟ ਹੀ ਆ ਗਿਆ ਸੋ ਇਹਨੂੰ ਆਪਾਂ ਆਪਰੇਟਿੰਗ ਪ੍ਰੋਫਿਟ ਹੀ ਮੰਨ ਕੇ ਚੱਲਾਂਗੇ ਸੋ ਇਸ ਤੋਂ ਬਾਅਦ ਹੁਣ ਜਿਹੜੀ ਐਡਜਸਟਮੈਂਟ ਕੀਤੀ ਜਾਊਗੀ ਉਹ ਕਰੰਟ ਅਸੈਟ ਤੇ ਕਰੰਟ ਲਾਇਬਿਲਿਟੀ ਵਾਸਤੇ ਕੀਤੀ ਜਾਊਗੀ ਸੋ ਕਰੰਟ ਲਾਇਬਿਲਿਟੀ ਵਾਲੀ ਸਾਈਡ ਪਹਿਲਾਂ ਦੇਖੀਏ ਆਪਾਂ ਅਕਾਊਂਟ ਪੇਬਲ 10,000 ਸੀ 22,000 ਹੋ ਗਿਆ ਹੁਣ ਲਾਇਬਿਲਿਟੀ ਦੇ ਕੇਸ ਦੇ ਵਿੱਚ ਇੱਕ ਗੋਲਡਨ ਰੂਲ ਮੈਂ ਬਾਰ-ਬਾਰ ਰਿਪੀਟ ਕਰਦਾ ਹਾਂ ਲਾਇਬਿਲਿਟੀ ਵਧੂਗੀ ਤੇ ਇਹਨੂੰ ਪਲੱਸ ਕਰੋ ਲਾਇਬਿਲਿਟੀ ਘਟੂਗੀ ਤੇ ਇਹਨੂੰ ਮਾਈਨਸ ਕਰੋ ਲੇਕਿਨ ਅਸੈਟ ਵਾਲੇ ਕੇਸ ਦੇ ਵਿੱਚ ਕਰੰਟ ਅਸੈਟ ਦੇ ਕੇਸ ਦੇ ਵਿੱਚ ਜੇਕਰ ਅਸੈਟ ਘਟਿਆ ਤੇ ਪਲੱਸ ਕਰੋ ਜੇਕਰ ਅਸੈਟ ਵਧਿਆ ਤੇ ਉਹਨੂੰ ਮਾਈਨਸ ਕਰੋ ਸੋ ਆਹ ਗੋਲਡਨ ਰੂਲ ਯਾਦ ਰੱਖਿਓ ਜੇ ਲਾਇਬਿਲਿਟੀ ਵਧੀ ਤੇ ਵਧਾ ਦਿਓ ਜੇ ਲਾਇਬਿਲਿਟੀ ਘਟੀ ਤੇ ਘਟਾ ਦਿਓ ਤੇ ਹੁਣ ਅਕਾਊਂਟ ਪੇਬਲ ਦੀ ਆਪਾਂ ਗੱਲ ਕਰੀਏ ਅਕਾਊਂਟ ਪੇਬਲ 10,000 ਤੋਂ 22,000 ਹੋ ਗਿਆ ਮਤਲਬ 12,000 ਦੇ ਨਾਲ ਵੱਧ ਗਿਆ ਵਾ ਸੋ ਇਨਕਰੀਜ਼ ਇਨ ਅਕਾਊਂਟ ਪੇਬਲ ਸੋ ਇਹ ਇਨਕਰੀਜ਼ ਹੋਇਆ 12,000 ਦੇ ਨਾਲ ਸੋ ਇਨਕਰੀਜ਼ ਹੋਇਆ ਇਹਨੂੰ ਇਨਕਰੀਜ਼ ਹੀ ਕਰਾਂਗੇ ਉਸ ਤੋਂ ਬਾਅਦ ਬਿਲਸ ਪੇਬਲ 8,000 ਸੀਗਾ 5,000 ਹੋ ਗਿਆ ਮਤਲਬ 3,000 ਦੇ ਨਾਲ ਘਟ ਗਿਆ ਸੋ ਇਹ ਡਿਕਰੀਜ਼ ਹੋ ਗਿਆ ਡਿਕਰੀਜ਼ ਇਨ ਬਿਲਸ ਪੇਬਲ ਸੋ ਜੇ ਕੋਈ ਕਰੰਟ ਲਾਇਬਿਲਿਟੀ ਡਿਕਰੀਜ਼ ਹੁੰਦੀ ਹੈ ਤਾਂ ਉਹਨੂੰ ਡਿਕਰੀਜ਼ ਕਰ 8 ਚੋਂ 5 ਗਿਆ ਤੇ 3,000 ਲੈਸ ਹੋ ਗਿਆ ਉਸ ਤੋਂ ਬਾਅਦ ਜਨਰਲ ਦਾ ਤੁਹਾਡਾ ਵਰਕਿੰਗ ਨੋਟ ਦੇ ਵਿੱਚ ਚਲਾ ਗਿਆ P&L ਵਰਕਿੰਗ ਨੋਟ ਚਲਾ ਗਿਆ ਹੁਣ ਅਸੈਟ ਸਾਈਡ ਤੇ ਆਈਏ ਅਸੈਟ ਸਾਈਡ ਤੇ ਤੁਹਾਨੂੰ ਸਿਰਫ ਇੱਕ ਆਈਟਮ ਨਜ਼ਰ ਆ ਰਹੀ ਹੈ ਅਕਾਊਂਟ ਰਿਸੀਵੇਬਲ 9,000 ਸੀ 12,000 ਹੋ ਗਿਆ ਇਨਕਰੀਜ਼ ਇਨ ਅਕਾਊਂਟ ਰਿਸੀਵੇਬਲ ਅਕਾਊਂਟ ਰਿਸੀਵੇਬਲ ਤੁਹਾਡਾ 9,000 ਸੀ 12,000 ਯਾਨੀ 3,000 ਨਾ ਇਨਕਰੀਜ਼ ਹੋਇਆ ਤੇ ਇਹਦਾ ਮਤਲਬ ਇਹ ਆ ਇਹਨੂੰ ਆਪਾਂ ਡਿਕਰੀਜ਼ ਕਰਾਂਗੇ ਸੋ ਜੇਕਰ ਅਸੈਟ ਇਨਕਰੀਜ਼ ਹੋਇਆ ਤਾਂ ਉਹਨੂੰ ਡਿਕਰੀਜ਼ ਕਰੋ ਯਾਨੀ ਆਊਟਫਲੋ ਕਰਦਾ ਉਹ तो हुण जो अमाउंट अपने को निकल के सामने आऊगा वो की आया जी तुहाडे कोल 15,000 माइनस के निकल के सामने आया माइनस का 15,000 21 ਤੇ 3 24 ਦੇ ਵਿੱਚੋਂ 12 ਗਏ ਤੇ 12 ਦੇ ਵਿੱਚੋਂ 3 ਗਏ 12 ਤੇ 3 15 यस 21 ਤੇ 3 24 ਤੇ ਆ ਡਿਕਰੀਜ਼ ਹੋਇਆ ਸੌਰੀ ਆ ਡਿਕਰੀਜ਼ ਹੋਇਆ ਡਿਕਰੀਜ਼ ਇਨ ਬਿਲਸ ਪੇਬਲ ਆ ਬਿਲਸ ਪੇਬਲ ਇੱਕ ਕਰੰਟ ਲਾਇਬਿਲਿਟੀ ਹੈ ਸੋ ਕਰੰਟ ਲਾਇਬਿਲਿਟੀ ਜਿਹੜੀ ਹੈ ਜੇਕਰ ਡਿਕਰੀਜ਼ ਹੁੰਦੀ ਆ ਸੋ ਉਹਨੂੰ ਆਪਾਂ ਡਿਕਰੀਜ਼ ਘੱਟ ਹੀ ਕਰਾਂਗੇ ਇਹਨੂੰ ਆਪਾਂ ਯਾਨੀ ਇਹਨੂੰ ਆਪਾਂ ਲੈਸ ਕਰਾਂਗੇ ਸੋ ਇਹ ਦੋਨੇ ਚੀਜ਼ਾਂ ਲੈਸ ਹੋਣਗੀਆਂ ਸੋ 21 ਤੇ 6 27 ਹੋ ਗਿਆ 27 ਦੇ ਵਿੱਚੋਂ 12 ਮਾਈਨਸ ਕੀਤਾ ਤੇ 15,000 ਮਾਈਨਸ ਆ ਗਿਆ ਹੁਣ ਇਹਨੂੰ ਆਪਾਂ ਕੀ ਲਿਖਾਂਗੇ ਇਹਨੂੰ ਆਪਾਂ ਲਿਖਾਂਗੇ ਕੈਸ਼ ਯੂਜ਼ਡ ਇਨ ਆਪਰੇਟਿੰਗ एक्टिविटी पहली आइटम जी ਤੁਹਾਡੀ बाहर निकल के सामने आ रही है अपने ਹੁਣ ਇਸ ਤੋਂ ਬਾਅਦ ਸੈਕੰਡ जो बी पार्ट है बी पार्ट ਤੁਹਾਡਾ ਕਹਦਾ ਹੈ ਜੀ कैश फ्लो फ्रॉम इन्वेस्टिंग एक्टिविटी ਹੁਣ ਇਹਦੇ ਵਿੱਚ ਇਨਵੈਸਟਿੰਗ ਐਕਟੀਵਿਟੀ ਦੇ ਵਿੱਚ ਸਾਰੇ ਦੇ ਸਾਰੇ ਫਿਕਸਡ ਅਸੈਟਸ ਜਾਂ ਨਾਨ ਕਰੰਟ ਇਨਵੈਸਟਮੈਂਟਸ ਜਿਹੜੀਆਂ ਇਹਦੇ ਵਿੱਚ ਆਉਣੀਆਂ ਸੋ ਆਪਾਂ ਅਸੈਟ ਸਾਈਡ ਤੇ ਦੇਖੀਏ ਹੋਰ ਤੇ ਕਿਤੇ ਆਪਾਂ ਨੂੰ ਦੇਖਣ ਦੀ ਜ਼ਰੂਰਤ ਨਹੀਂ ਸੋ ਐਸੈਟ ਸਾਈਡ ਤੇ ਤੁਹਾਨੂੰ ਤਿੰਨ ਚੀਜ਼ਾਂ ਨਜ਼ਰ ਆ ਰਹੀਆਂ ਲੈਂਡ ਬਿਲਡਿੰਗ ਤੇ ਮਸ਼ੀਨਰੀ ਜੇਕਰ ਤਿੰਨਾਂ ਦਾ ਅਮਾਉਂਟ ਧਿਆਨ ਰੱਖਿਓ ਜੇਕਰ ਤਿੰਨਾਂ ਦਾ ਅਮਾਉਂਟ ਕਰੰਟ ਈਅਰ ਦੇ ਵਿੱਚ ਇਨਕਰੀਜ਼ ਹੁੰਦਾ ਹੋਊਗਾ ਤੇ ਉਹਨੂੰ ਤੁਸੀਂ ਪਰਚੇਜ਼ ਮੰਨ ਕੇ ਚੱਲੋਗੇ ਸੋ ਜੇ ਪਰਚੇਜ਼ ਮੰਨੋਗੇ ਤੇ ਇਹਦਾ ਮਤਲਬ ਇਹ ਹੈ ਤੁਹਾਡੇ ਲਈ ਕੈਸ਼ ਦਾ ਆਊਟਫਲੋ ਹੈ ਸੋ ਜੇਕਰ ਕਰੰਟ ਈਅਰ ਦੇ ਵਿੱਚ ਕੋਈ ਵੀ ਫਿਕਸਡ ਅਸੈਟਸ ਦਾ ਜਿਹੜਾ ਵਾ
ਜਿਹੜੇ ਰੁਪੀਜ਼ ਨੇ ਉਹ ਜੇ ਘੱਟ ਹੁੰਦੇ ਹੋਣਗੇ ਯਾਨੀ ਲੈਸ ਹੁੰਦੇ ਹੋਣਗੇ, ਪ੍ਰੀਵੀਅਸ ਈਅਰ ਜ਼ਿਆਦਾ ਹੈ ਤਾਂ ਕਰੰਟ ਈਅਰ ਘੱਟ ਹੈ, ਤੁਸੀਂ ਮੰਨ ਕੇ ਚੱਲੋਗੇ ਵੀ ਉਹ ਸੇਲ ਕੀਤੀ ਗਈ ਹੈ। ਸੋ ਫਿਕਸਡ ਅਸੈਟ ਸੇਲ ਕੀਤੀ ਗਈ ਹੈ। ਸੋ ਇਹਨੂੰ ਤੁਸੀਂ ਯਾਦ ਰੱਖਣਾ। ਹੁਣ ਜਿਵੇਂ ਲੈਂਡ ਹੈ, ਲੈਂਡ 10,000 ਸੀ 16,000 ਹੋ ਗਈ, ਮਤਲਬ 6,000 ਦੇ ਨਾਲ ਇਨਕਰੀਜ਼ ਹੋਈ ਹੈ। ਸੋ 6,000 ਨਾਲ ਇਨਕਰੀਜ਼ ਹੋਣ ਦਾ ਕੀ ਮਤਲਬ 4,000 ਨਾਲ ਇਨਕਰੀਜ਼ ਹੋਣ 6,000 ਨਾਲ ਇਨਕਰੀਜ਼ ਹੋਈ ਹੈ। ਪਰਚੇਜ਼ ਆਫ ਲੈਂਡ, ਸੋ ਲੈਂਡ ਇਨਕਰੀਜ਼ ਹੋਈ ਹੈ 6,000 ਦੇ ਨਾਲ। ਸੋ ਪਰਚੇਜ਼ ਕੀਤੀ ਗਈ ਹੈ 6,000 ਤੁਹਾਡਾ ਬ੍ਰੈਕਟ ਦੇ ਅੰਦਰ ਯਾਨੀ ਆਊਟਫਲੋ ਹੈ। ਬਿਲਡਿੰਗ 50,000 ਸੀ 70,000 ਹੋ ਗਈ यानी ये भी परचेज है। तो परचेज ऑफ बिल्डिंग 20,000, ये भी ब्रैकेट के अंदर। तीसरा है जी मशीनरी, मशीनरी 94,000 सी 1,01,000 की होगी, मतलब 7,000 नाल इंक्रीज हुई है। सो ये भी परचेज ही आई है जी। सो परचेज ऑफ मशीनरी, सो ये भी 7,000 के नाल जिहड़ा वा तुहाडा परचेज ही आई है। सो ये भी ब्रैकेट के अंदर। सो तिन्ने अमाउंट तुहाडे ब्रैकेट के अंदर आए। सो वेख्या जाए तो तिन्ने ही आउटफ्लो ने। इस तो बाद जिहड़ा टोटल आया जिन्हां दा 20 ते 7 27 27 ते 33 33,000 माइनस का दूसरा अमाउंट तुहाडे कोल बाहर निकल के सामने आ जाए। इहनूं आपां लिखांगे जी कैश फ्लो, सॉरी कैश यूज्ड, क्योंकि माइनस के विच आया। सो कैश यूज्ड लिखा जाऊगा। सो कैश यूज्ड इन इन्वेस्टिंग एक्टिविटी, कैश यूज्ड इन इन्वेस्टिंग एक्टिविटी। सो हुण इस तो बाद तीसरी एक्टिविटी तो लास्ट एक्टिविटी आ गई जिहड़ी है जी कैश फ्लो फ्रॉम फाइनेंसिंग एक्टिविटी। सो ये याद रखियो फाइनेंसिंग एक्टिविटी की आऊगा। मैं बार बार रिपीट करदा क्योंकि ये चीज़ां याद होनियां बहुत जरूरी है। सब तो पहला तुसीं शेयर कैपिटल इंक्लूड करोगे, चाहे वो इक्विटी शेयर कैपिटल होवे, चाहे वो प्रैफरेंस शेयर कैपिटल होवे। सो सब तो पहला तो शेयर कैपिटल आउणगीਆਂ। उस तो बाद कोई लोन, कोई बैंक लोन है वो ये आएगा। इस तो बाद जे कोई डिबेंचर इशू किया गया या डिबेंचर की रिडम्पशन हुई है वो इतने आएगा। सो ये सारिया आइटम्स ये इंक्लूड होंगे फाइनेंसिंग एक्टिविटी। इस तो अलावा कोई डिविडेंड पेड आ, कोई प्रपोज डिविडेंड है, कोई इंटरम डिविडेंड है, वो भी अमाउंट इधर आने हैं। ठीक है। सो हम देखिए आप कि ये अपने को किहड़ी आइटम ने। सो सब तो पहला जेकर आप देखिए अपने को अमाउंट जो निकल के सामने आया जी इक्विटी शेयर कैपिटल। इक्विटी शेयर कैपिटल 2020 1 लाख सी, 2021 1 लाख 30,000। हुण याद रखियो मैं क्वेश्चन तुहानूं साइड के ऊपर शो किया होया। सो उस क्वेश्चन के विचों फिगर सारियां देखी जानियां। 1 लाख तो 1 लाख 30 होगी, मतलब 30,000 ना इक्विटी शेयर कैपिटल बढ़ गई है। सो इनू लिखेंगे आप इशू ऑफ इक्विटी शेयर कैपिटल 30,000 ना वधिया, मतलब 30,000 का इनू आप इनफ्लो मनांगे भी ये 30,000 का इनफ्लो है साडे वास्ते, क्योंकि जो शेयर इशू होंगे तो जाहिर सी गल है पैसा आऊगा। सो 30,000 के शेयर इशू होए। तो इस तो अलावा कोई होर आइटम नहीं हैगी, बाकी तो सारा का सारा आप इंक्लूड कर ही लिया। सो हम देखा जाए तो 30,000 प्लस का आ गया। सो एक ही आइटम है। सो यो ही अमाउंट तो बाहर निकल जाएगा 30,000 तो 30,000। सो 30,000 अमाउंट बाहर निकल गया। इनू आप कहेंगे कैश फ्लो फ्रॉम फाइनेंसिंग एक्टिविटी 30,000 बाहर निकल गया। हम याद रखियो जे अमाउंट माइनस से आया तो यूज इन वर्ड यूज करो कैश यूज इन, जिवें इत्थे यूज किया इत्थे यूज किया। जदों ये प्लस के विच आया इहनूं तुसीं लिखोगे फ्लो फ्रॉम कैश फ्लो फ्रॉम फाइनेंसिंग एक्टिविटी। सो ये हुण 3 अमाउंट आने तो बाद जदों ये 3 अमाउंट तुहाडे कोल आ गए उसदे बाद तुसीं इन्हां नूं प्लस माइनस करना है। तो इहनूं असीं की लिखांगे जे ते देख लीए, क्योंकि 33,000 माइनस का 15,000 माइनस का, इसका मतलब माइनस के विच ही आंसर आउणा है। सो इहनूं आपां लिखांगे डिक्रीज इन, जेकर प्लस के आया तो लिखोगे इंक्रीज। हम जिवें इत्थे माइनस के आ रहा तो लिखोगे डिक्रीज। सो डिक्रीज इन कैश एंड कैश इक्विवेलेंट। सो की आया जी हम अमाउंट
33000 15000 हो गया जी 48000। 48 ਦੇ ਵਿੱਚੋਂ ਜੇਕਰ ਆਪਾਂ 30000 ਮਾਈਨਸ ਕਰੀਏ ਤੇ 18000 ਜੋ ਫਿਗਰ ਨਿਕਲ ਕੇ ਸਾਹਮਣੇ ਆਈ ਹੈ ਮਾਈਨਸ ਦੇ ਵਿੱਚ, ਇਹ ਹੈ ਜੀ ਤੁਹਾਡਾ ਡਿਕਰੀਜ਼ ਇਨ ਕੈਸ਼ ਐਂਡ ਕੈਸ਼ ਇਕੁਇਵਲੈਂਟ। ਹੁਣ ਇੱਕ ਖਾਸ ਗੱਲ ਯਾਦ ਰੱਖਿਓ, ਮੈਂ ਤੁਹਾਨੂੰ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੈਸ਼ ਫਲੋ ਦਾ ਕੁਐਸਚਨ ਕਰਨ ਤੋਂ ਪਹਿਲਾਂ ਹੀ ਆਨਸਰ ਪਤਾ ਹੋਊਗਾ ਕਿ ਆਨਸਰ ਕੀ ਆਉਣ ਵਾਲਾ ਹੈ। ਸੋ ਜੇਕਰ ਆਪਾਂ ਦੇਖਣਾ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਕੈਸ਼ ਇਨ ਹੈਂਡ ਕੈਸ਼ ਐਟ ਬੈਂਕ ਦੋਨੇ ਅਮਾਉਂਟ ਪਲੱਸ ਕਰ ਦਿਓ, ਯਾਨੀ 28 ਤੇ 23000 51000 ਹੋ ਗਿਆ, ਤੇ 51000 ਤੇ ਦੂਸਰੀ ਸਾਈਡ ਤੇ ਹੋ ਗਿਆ ਤੁਹਾਡੇ ਕੋਲ 25 ਤੇ 8 33000। ਸੋ 51 ਦੇ ਵਿੱਚੋਂ ਜੇਕਰ ਆਪਾਂ 33000 ਮਾਈਨਸ ਕਰੀਏ ਤੇ ਤੁਹਾਡੇ ਕੋਲ ਬਚਦੇ ਆ 18000 ਰੁਪਇਆ। 18000 ਕਿਹੜਾ ਮਾਈਨਸ ਦਾ, ਕਿਉਂਕਿ ਇਹ ਘੱਟ ਹੁੰਦੇ ਵਾ, ਯਾਨੀ 2021 ਦੇ ਵਿੱਚ ਅਮਾਉਂਟ ਘੱਟ ਹੋਇਆ, ਲੈਸ ਹੋਇਆ, ਸੋ ਇਹ ਮਾਈਨਸ ਦੇ ਵਿੱਚ ਆਇਆ। ਸੋ ਇਸ ਕਰਕੇ ਡਿਕਰੀਜ਼ ਇਨ ਕੈਸ਼ ਐਂਡ ਕੈਸ਼ ਇਕੁਇਵਲੈਂਟ, ਉਹ ਤੁਹਾਨੂੰ ਇੱਥੇ ਪਤਾ ਲੱਗ ਜਾਊਗਾ ਕਿ ਤੁਹਾਡਾ ਕੁਐਸਚਨ ਸਹੀ ਹੈ ਜਾਂ ਨਹੀਂ ਸਹੀ। ਇਸ ਤੋਂ ਬਾਅਦ ਜਿਹੜਾ ਨੈਕਸਟ ਆਪਣਾ ਕੰਮ ਹੈ, ਇਹਦੇ ਵਿੱਚ ਐਡ ਕੀਤਾ ਜਾਊਗਾ, ਕੀ ਐਡ ਕੀਤਾ ਜਾਊਗਾ ਜੀ, ਓਪਨਿੰਗ ਬੈਲੈਂਸ ਆਫ ਕੈਸ਼ ਐਂਡ ਕੈਸ਼ ਇਕੁਇਵਲੈਂਟ। ਸੋ ਕਿਹੜਾ ਅਮਾਉਂਟ ਹੈ ਉਹ ਜਿਹੜਾ ਤੁਹਾਡਾ ਕੈਸ਼ ਇਨ ਹੈਂਡ ਕੈਸ਼ ਐਟ ਬੈਂਕ ਦਾ ਦੋਨੇ ਟੋਟਲ ਆਇਆ ਸੀਗਾ 23000 ਤੇ 28000, ਜਿਹਨੂੰ ਆਪਾਂ ਕਹਾਂਗੇ 51000। ਇਹਨੂੰ ਤੁਸੀਂ ਕੈਲਕੂਲੇਟਰ ਦੇ ਨਾਲ ਹੀ ਕਰਨਾ ਹੈ ਤਾਂ ਕਿ ਗਲਤੀ ਦੀ ਸੰਭਾਵਨਾ ਨਾ ਹੋਵੇ ਆਪਣੀ। ਇਹ ਅਮਾਉਂਟ ਕਿਹਦੇ ਬਰਾਬਰ ਆਉਣਾ ਚਾਹੀਦਾ, ਇਹ ਅਮਾਉਂਟ मतलब क्लोजिंग बैलेंस के बराबर होना चाहिए। हम जिवें इतने नजर आ रहा है कि ये क्लोजिंग बैलेंस के बराबर आ गया है। सो ये कैश है, कैश इक्विवेलेंट से क्लोजिंग बैलेंस के बराबर आएगा। इन्हों तुम लिखोगे क्लोजिंग बैलेंस ऑफ कैश एंड कैश इक्विवेलेंट, ठीक है। हुण ये अमाउंट जो बराबर आ गया, तुहानूं पता लग गया भी ये मेरा क्वेश्चन सही है। सो इनू ना एक चीज़ जरूर याद रख लियो, क्योंकि कैश फ्लो स्टेटमेंट 4 नंबर के आने वाला है। सो ये कुछ एडजस्टमेंट्स आउणगियां, जिवें एडजस्टमेंट्स आ जांदियां, जिवें प्रपोज डिविडेंड आ जाता है, इंटरम डिविडेंड आ जाता है, या तुहानूं डेप्रीसीएशन दी हुई है। सो ये डेप्रीसीएशन दी हुई तो तुहानूं असैट्स के अकाउंट भी बनाने पैणगे। सो ये कुछ एडजस्टमेंट्स आउणगियां जिहड़ियां कि आपां आउण वाली वीडियो दे विच लवांगे। उस तो पहला एक चीज़ होर जरूर क्लीयर कर लईए, ਤੁਸੀਂ ਇਹਦਾ ਸਕਰੀਨਸ਼ਾਟ ਵੀ ਲੈਣਾ ਤੇ ਤੁਸੀਂ ਇਹਦਾ ਲੈ ਸਕਦੇ ਹੋ। ਇੱਕ ਚੀਜ਼ ਹੋਰ ਕਲੀਅਰ ਕਰਨੀ ਜ਼ਰੂਰੀ ਹੈ ਕਿ ਜਦੋਂ ਕੈਸ਼ ਫਲੋ ਸਟੇਟਮੈਂਟ ਦਾ ਕੁਐਸਚਨ ਕਰਦੇ ਆ ਨਾ, ਸੋ ਇਹਦੇ ਲਈ ਮਾਈਂਡ ਸੈਟਅਪ ਆਪਣਾ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਇੱਕ ਕਲੈਰਿਟੀ ਹੋਣੀ ਚਾਹੀਦੀ ਹੈ ਕਿਹੜੀ ਆਈਟਮ ਕਿੱਧਰ ਜਾਣ ਵਾਲੀ ਹੈ। ਉਹ ਕੁਝ ਇਹੋ ਜਿਹੀਆਂ ਆਈਟਮਸ ਨੇ ਜਿਹੜੀਆਂ ਕਿ ਡਬਲ ਇੰਪੈਕਟ ਪਾਉਂਦੀਆਂ ਹਨ, ਦੋ ਜਗ੍ਹਾ ਤੇ ਆਉਂਦੀਆਂ ਹਨ। ਜਿਵੇਂ ਕਈ ਵਾਰੀ ਨੌਨ ਕੈਸ਼ ਦੇ ਵਿੱਚ ਕੁਝ ਆਈਟਮਸ ਪਲੱਸ ਹੁੰਦੀਆਂ ਜਾਂ ਮਾਈਨਸ ਹੁੰਦੀਆਂ, ਇਸੇ ਤਰੀਕੇ ਦੇ ਨਾਲ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਵੇਂ ਵਰਕਿੰਗ ਨੋਟ ਦੇ ਵਿੱਚ ਜਿਹੜੀਆਂ ਉਹ ਵਰਕਿੰਗ ਨੋਟ 'ਚ ਵੀ ਜਾਂਦੀਆਂ P&L ਦੇ ਨਾਲ, ਨੈਟ ਪ੍ਰੋਫਿਟ ਬਿਫੋਰ ਟੈਕਸ ਕੈਲਕੂਲੇਟ ਕਰਨ ਦੇ ਲਈ। ਸੋ ਉਹ ਕਈ ਵਾਰੀ ਇੱਧਰ ਵੀ ਆਉਂਦੀਆਂ। ਸੋ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਬਾਕੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਮੈਂ ਇਸ ਗੱਲ ਦੀ ਸ਼ੋਰਟੀ ਦਿੰਦਾ, ਜੇਕਰ ਤੁਸੀਂ ਮੇਰੀ ਵੀਡੀਓ ਦੇ ਨਾਲ ਬਣੇ ਰਹਿੰਦੇ ਹੋ, ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਨਾ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਇਹਦੇ ਨਾਲ ਥੋੜ੍ਹਾ ਜਿਹਾ ਸਾਨੂੰ ਹੌਸਲਾ ਮਿਲ ਜਾਂਦਾ ਕਿ ਜਿੰਨੀ ਮਿਹਨਤ ਤੁਹਾਨੂੰ ਪੜ੍ਹਾਉਣ ਵਾਸਤੇ ਕੀਤੀ ਜਾ ਰਹੀ ਹੈ, ਸਾਨੂੰ ਵੀ ਕੁਝ ਬੈਨੀਫਿਟ ਹੋਵੇ ਇਸ ਚੀਜ਼ ਦਾ। ਸੋ ਇਸ ਕਰਕੇ ਜੇਕਰ ਤੁਹਾਨੂੰ ਚੰਗਾ ਲੱਗਦਾ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ। ਮਿਲਦੇ ਹਾਂ, ਇਹਦੇ ਕੁਝ ਡਿਫਿਕਲਟੀ ਲੈਵਲ ਹੋਰ ਥੋੜ੍ਹਾ ਜਿਹਾ ਵਧਾਵਾਂਗੇ, ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਜੀ।